ਰਵੀਰ ਗਰੇਵਾਲ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਸਰਕਾਰ ਵੱਲੋਂ ਕਿਸਾਨਾਂ ਲਈ ਜੋ 3 ਕਾਨੂੰਨ ਪਾਸ ਕੀਤੇ ਗਏ ਹਨ, ਉਹਨਾਂ ਉੱਪਰ ਮੈਂ ਇੱਕ ਪੰਜਾਬੀ ਵਿੱਚ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੈ ਤਾਂ ਜੋ ਸਾਡੇ ਕਿਸਾਨ ਵੀਰ, ਸਾਡੇ ਕਿਰਤੀ ਵੀਰ, ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਇਹਨਾਂ 3 ਕਾਨੂੰਨਾਂ ਨੂੰ ਆਸਾਨੀ ਨਾਲ ਸਮਝ ਸਕਣ। ਇਹ ਕਾਨੂੰਨ ਜੋ ਗਵਰਨਮੈਂਟ ਨੇ ਪਾਸ ਕੀਤੇ ਹਨ, ਉਹਨਾਂ ਨੂੰ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਆਉਂਦਾ ਹੈ Farmer Empowerment and Protection Agreement on Price Assurance and Farmer Services। ਸੋ ਦੋਸਤੋ, ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ। ਮੋਟਾ ਜਿਹਾ ਸਮਝਣ ਦੀ ਗੱਲ ਕਰੀਏ ਤਾਂ ਇਸ ਨੂੰ ਆਪਾਂ ਕੰਟਰੈਕਟ ਫਾਰਮਿੰਗ ਕਹਿ ਸਕਦੇ ਹਾਂ। ਗਵਰਨਮੈਂਟ ਨੇ ਇਹ ਬਿੱਲ ਇਸ ਕਰਕੇ ਲਿਆਂਦਾ ਹੈ ਕਿਉਂਕਿ ਗਵਰਨਮੈਂਟ MSP ਮਿਨੀਮਮ ਸੇਲਸ ਪ੍ਰਾਈਸ, ਪੰਜਾਬੀ 'ਚ ਕਹੀਏ ਤਾਂ ਘੱਟੋ ਘੱਟ ਵਿਕਰੀ ਮੁੱਲ ਨੂੰ ਖਤਮ ਕਰਨਾ ਚਾਹੁੰਦੀ ਹੈ। ਸਰਕਾਰ ਹੁਣ ਤੁਹਾਡੀ ਫਸਲ ਨੂੰ ਖਰੀਦਣ ਦੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਕਿਸਾਨ ਆਪਣੀ ਫਸਲ ਆਪ ਵੇਚੇ। ਭਾਵੇਂ ਕਿਸਾਨ ਨੂੰ ਪ੍ਰੋਫਿਟ ਹੋਵੇ, ਭਾਵੇਂ ਲਾਸ, ਉਹ ਕੋਈ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ। ਇਸੇ ਕਰਕੇ ਸਰਕਾਰੀ ਮੰਡੀ ਨੂੰ ਖਤਮ ਕਰਨਾ ਚਾਹੁੰਦੀ ਹੈ। ਸਰਕਾਰ ਇੱਕੋ ਦਮ ਸਰਕਾਰੀ ਮੰਡੀ ਨੂੰ ਨਹੀਂ ਖਤਮ ਕਰ ਸਕਦੀ, ਸੋ ਸਰਕਾਰ ਨੇ ਪ੍ਰਾਈਵੇਟ ਕਾਰਪੋਰੇਸ਼ਨਾਂ ਨੂੰ ਇਨਵੋਲਵ ਕਰਨ ਦਾ ਪਲਾਨ ਬਣਾ ਲਿਆ ਤਾਂ ਜੋ ਸਰਕਾਰੀ ਮੰਡੀ ਨੂੰ 8-10 ਸਾਲ ਵਿੱਚ ਮੁਕੰਮਲ ਤੌਰ ਤੇ ਖਤਮ ਕੀਤਾ ਜਾ ਸਕੇ। ਕਿਸਾਨ ਭਰਾਵਾਂ ਨੂੰ ਇਹ ਲਾਲਚ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਫਸਲ ਨੂੰ ਬਿਨਾਂ ਕਿਸੇ ਵਿਚੋਲੇ ਦੇ, ਭਾਵ ਆੜ੍ਹਤੀਏ ਤੋਂ ਬਿਨਾਂ, ਸਿੱਧਾ ਖਰੀਦਦਾਰ ਨੂੰ ਵੇਚੋ ਤਾਂ ਜੋ ਤੁਹਾਨੂੰ ਆੜ੍ਹਤ ਨਾ ਕਟਾਉਣੀ ਪਵੇ ਅਤੇ ਤੁਹਾਨੂੰ ਫਸਲ ਦਾ ਵੱਧ ਮੁੱਲ ਮਿਲ ਸਕੇ। ਦੂਸਰਾ ਲਾਲਚ ਇਹ ਵੀ ਦਿੱਤਾ ਕਿ ਕਿਸਾਨ ਆਪਣੀ ਫਸਲ ਦੇਸ਼ ਦੇ ਕਿਸੇ ਵੀ ਕੋਨੇ 'ਚ ਜਾ ਕੇ ਵੇਚ ਸਕਦੇ ਨੇ। ਇਹ ਵੀ ਕਹਿ ਰਹੇ ਨੇ ਕਿ ਅਸੀਂ ਕੋਈ ਸਰਕਾਰੀ ਮੰਡੀ ਬੰਦ ਨਹੀਂ ਕਰ ਰਹੇ, ਸਰਕਾਰੀ ਮੰਡੀ ਤੇ ਪ੍ਰਾਈਵੇਟ ਸੈਕਟਰ ਨਾਲੋਂ ਨਾਲ ਕੰਮ ਕਰਨਗੇ ਤਾਂ ਜੋ ਕਿਸਾਨ ਭਰਾਵਾਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ। ਹੁਣ ਸਾਰੇ ਦੇਸ਼ ਦੇ ਕਿਸਾਨ, ਕਿਰਤੀ ਇਸ ਕਰਕੇ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਸਰਕਾਰੀ ਮੰਡੀ ਨੂੰ ਬਿਲਕੁਲ ਖਤਮ ਕਰ ਦੇਣਾ ਹੈ ਤੇ ਕਿਸਾਨਾਂ ਨੂੰ ਮਰਨ ਲਈ ਪ੍ਰਾਈਵੇਟ ਸੈਕਟਰ ਕੋਲ ਛੱਡ ਦੇਣਗੇ। ਉਦਾਹਰਨ ਦੇ ਤੌਰ ਤੇ ਪ੍ਰਾਈਵੇਟ ਬੱਸਾਂ ਆਉਣ ਨਾਲ ਸਰਕਾਰੀ ਬੱਸਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ। ਪ੍ਰਾਈਵੇਟ ਫੋਨ ਕੰਪਨੀਆਂ ਆਉਣ ਨਾਲ BSNL ਦਾ ਹਾਲ ਤੁਸੀਂ ਦੇਖ ਸਕਦੇ ਹੋ। ਪ੍ਰਾਈਵੇਟ ਸਕੂਲਾਂ ਦੇ ਆਉਣ ਦੇ ਨਾਲ ਸਰਕਾਰੀ ਸਕੂਲਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ। ਪ੍ਰਾਈਵੇਟ ਸੜਕਾਂ ਬਦਲੇ ਸਰਕਾਰੀ ਸੜਕਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ। ਸੋ ਜਦੋਂ MSP ਖਤਮ ਹੋ ਗਈ ਤੇ ਕੋਈ ਸਰਕਾਰੀ ਮੰਡੀ ਤੇ ਆੜ੍ਹਤੀਆ ਨਾ ਬਚਿਆ ਤਾਂ ਕਿਸਾਨਾਂ ਨੂੰ ਮਜਬੂਰਨ ਥੋੜੇ ਪੈਸਿਆਂ 'ਚ ਪ੍ਰਾਈਵੇਟ ਕੰਪਨੀਆਂ ਨੂੰ ਫਸਲ ਵੇਚਣ ਤੇ ਮਜਬੂਰ ਹੋਣਾ ਹੀ ਪਵੇਗਾ ਤੇ ਪ੍ਰਾਈਵੇਟ ਕੰਪਨੀਆਂ ਨੇ ਕਿਸਾਨ ਦਾ ਖੂਨ ਪੀਣ 'ਚ ਕੋਈ ਕਮੀ ਨਹੀਂ ਛੱਡਣੀ। ਦੂਸਰੀ ਵੱਡੀ ਮੁਸ਼ਕਲ ਇਹ ਆਉਣੀ ਹੈ ਕਿ ਇਸ ਐਕਟ ਦੇ ਅਧੀਨ ਜਿੱਥੇ MSP ਖਤਮ ਹੋ ਜਾਵੇਗੀ, ਭਾਵ ਘੱਟੋ ਘੱਟ ਵਿਕਰੀ ਮੁੱਲ ਖਤਮ ਹੋ ਜਾਵੇਗਾ, ਉੱਥੇ ਲਾਇਸੈਂਸਡ ਆੜ੍ਹਤੀਆ ਸਿਸਟਮ ਵੀ ਖਤਮ ਹੋ ਜਾਵੇਗਾ। ਲਾਇਸੈਂਸਡ ਆੜ੍ਹਤੀਏ ਜੋ ਸਟੇਟ ਦੇ ਅੰਡਰ ਕੰਮ ਕਰਦੇ ਹਨ ਤੇ ਤੁਹਾਡੀ ਫਸਲ ਨੂੰ MSP ਦੇ ਰੇਟ ਤੇ ਜਾਂ ਉਸ ਤੋਂ ਵੀ ਵੱਧ ਵੇਚਣ ਵਿੱਚ ਕਿਸਾਨ ਦੀ ਮਦਦ ਕਰਦੇ ਹਨ, ਉਹ ਸਰਕਾਰ ਲਈ ਕੰਮ ਕਰਨਾ ਬੰਦ ਕਰ ਦੇਣਗੇ ਅਤੇ ਪ੍ਰਾਈਵੇਟ ਕੰਪਨੀਆਂ ਲਈ ਕੰਮ ਕਰਨਾ ਸ਼ੁਰੂ ਕਰ ਦੇਣਗੇ। ਫਿਰ ਪ੍ਰਾਈਵੇਟ ਕੰਪਨੀਆਂ ਆੜ੍ਹਤੀਆਂ ਦੇ ਜ਼ਰੀਏ ਤੁਹਾਡੇ ਨਾਲ ਪ੍ਰਾਈਵੇਟ ਕੰਟਰੈਕਟ ਫਾਰਮਿੰਗ ਕਰੇਗੀ ਜੋ ਕਿ MSP ਦੇ ਮੁੱਲ ਨਾਲੋਂ ਕਿਤੇ ਘੱਟ ਹੋਵੇਗੀ। ਦੋਸਤੋ, ਤੀਸਰੀ ਮੁਸ਼ਕਲ ਇਹ ਵੀ ਆ ਸਕਦੀ ਹੈ ਕਿ ਕਿਸਾਨਾਂ ਨੂੰ ਥੋੜੇ ਬਹੁਤ ਪੈਸੇ ਦੀ ਲੋੜ ਜਦੋਂ ਹੁੰਦੀ ਆ, ਉਹ ਆੜ੍ਹਤੀ ਕੋਲੋਂ ਫੜ ਲੈਂਦੇ ਨੇ ਅਤੇ ਉਹਨਾਂ ਨੂੰ ਬੈਂਕ 'ਚ ਜਾ ਕੇ ਪੇਪਰ ਵਰਕ ਜਾਂ ਅੰਗੂਠਾ ਲਾਉਣ ਦੀ ਲੋੜ ਨਹੀਂ ਪੈਂਦੀ। ਪਰ ਜਦ ਪ੍ਰਾਈਵੇਟ ਕੰਪਨੀਆਂ ਨੇ ਆੜ੍ਹਤੀਆਂ ਨੂੰ ਆਪਣੇ ਅੰਡਰ ਕਰ ਲੈਣਾ ਹੈ, ਫਿਰ ਆੜ੍ਹਤੀਆਂ ਤੋਂ 1000 ਰੁਪਏ ਵੀ ਤੁਹਾਨੂੰ ਕੰਟਰੈਕਟ ਤੋਂ ਬਿਨਾਂ ਨਹੀਂ ਮਿਲ ਸਕਣਗੇ ਤੇ ਉੱਪਰ 'ਚ ਵਿਆਜ ਵੀ ਤੁਹਾਨੂੰ 4 ਗੁਣਾ ਵੱਧ ਦੇਣਾ ਪੈ ਸਕਦਾ ਹੈ। ਇੰਨਾ ਹੀ ਨਹੀਂ, ਪੈਸੇ ਵਾਪਸ ਨਾ ਕਰਨ ਦੇ ਹਾਲਾਤ ਵਿੱਚ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਤੇ ਕੰਟਰੈਕਟ ਦੇ ਜ਼ਰੀਏ ਤੁਹਾਡੀ ਜ਼ਮੀਨ, ਤੁਹਾਡੀ ਮਸ਼ੀਨਰੀ, ਟਰੈਕਟਰ, ਟਰਾਲੀ, ਇੱਥੋਂ ਤੱਕ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਪੈਸੇ ਵਸੂਲ ਕਰਨ ਲਈ ਤੁਹਾਡੇ ਘਰ ਦੀ ਕੁਰਕੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਾ। ਸੋ ਦੋਸਤੋ, ਇਹਨਾਂ ਕਾਰਨਾਂ ਕਰਕੇ ਹੀ ਸਾਡੇ ਕਿਸਾਨ ਵੀਰ ਇਸ ਨੂੰ ਕਾਲਾ ਕਾਨੂੰਨ ਦੱਸਦੇ ਨੇ। ਔਰ ਦੋਸਤੋ, ਦੂਸਰੇ ਐਕਟ ਦੀ ਗੱਲ ਕਰੀਏ ਤਾਂ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ 2020। ਇਹ ਜੋ ਦੂਸਰਾ ਐਕਟ ਹੈ, ਇਹ ਤਾਂ ਲਾਗੂ ਕੀਤਾ ਗਿਆ ਹੈ ਕਿਉਂਕਿ ਇਸ ਨਾਲ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਜ਼ ਨੇ ਉਹ ਕਿਸਾਨਾਂ ਨੂੰ ਆਸਾਨੀ ਦੇ ਨਾਲ ਬਲੈਕਮੇਲ ਕਰ ਸਕਣਗੀਆਂ ਅਤੇ ਨਾਲ ਦੀ ਨਾਲ ਕੰਟਰੈਕਟ ਫਾਰਮਿੰਗ ਦਾ ਵੀ ਪੂਰਾ ਫਾਇਦਾ ਲੈ ਸਕਣਗੀਆਂ। ਆਓ ਇਸ ਐਕਟ ਨੂੰ ਸਮਝੀਏ। 1955 ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਸੀ ਹੁੰਦਾ ਅਤੇ ਉਸ ਵਕਤ ਦੇ ਵਪਾਰੀ ਕਿਸਾਨਾਂ ਤੋਂ ਸਸਤੇ ਮੁੱਲ ਤੇ ਪਿਆਜ਼, ਆਲੂ, ਤੇਲ, ਸਬਜ਼ੀਆਂ, ਅਨਾਜ ਅਤੇ ਖਾਣਯੋਗ ਵਸਤਾਂ ਖਰੀਦ ਲੈਂਦੇ ਸੀ
ਅਤੇ ਉਹਨਾਂ ਨੂੰ ਆਪਣੇ ਗੋਦਾਮਾਂ ਦੇ ਵਿੱਚ, ਆਪਣੇ ਸ਼ੈਲਰਾਂ ਦੇ ਵਿੱਚ ਜਮ੍ਹਾਂ ਕਰ ਲੈਂਦੇ ਸੀ, ਸਟੋਰ ਕਰ ਲੈਂਦੇ ਸੀ। ਇਹ ਵੱਡੇ ਵਪਾਰੀ ਫਿਰ ਛੋਟੇ-ਛੋਟੇ ਦੁਕਾਨਦਾਰਾਂ ਨਾਲ ਮਿਲ ਕੇ ਲੋਕਾਂ ਨੂੰ ਝੂਠ ਬੋਲਦੇ ਸੀ ਕਿ ਪਿੱਛੋਂ ਸਪਲਾਈ ਬੰਦ ਹੋ ਗਈ, ਪਿੱਛੋਂ ਮਾਲ ਨਹੀਂ ਆਇਆ, ਤੇ ਡਿਮਾਂਡ ਨੂੰ ਵਧਾ ਦਿੰਦੇ ਸੀ। ਹੁਣ ਜਦੋਂ ਅਨਾਜ, ਤੇਲ, ਪਿਆਜ਼, ਆਲੂ ਜਾਂ ਹੋਰ ਖਾਣਯੋਗ ਵਸਤੂਆਂ ਤੋਂ ਬਿਨਾਂ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ, ਤੇ ਫਿਰ ਉਹਨਾਂ ਨੂੰ ਮਹਿੰਗੇ ਭਾਅ ਖਰੀਦਣੀਆਂ ਪੈਂਦੀਆਂ ਸੀ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਜਦੋਂ ਕਿਸਾਨਾਂ ਨੂੰ ਆਪਣੀ ਫਸਲ ਜਾਂ ਆਪਣੇ ਖੇਤਾਂ ਦੇ ਆਲੂ, ਪਿਆਜ਼, ਸਬਜ਼ੀਆਂ ਜਦੋਂ ਦੁਕਾਨਦਾਰਾਂ ਤੋਂ 4 ਗੁਣਾ ਕੀਮਤ ਤੇ ਖਰੀਦਣੀਆਂ ਪੈਂਦੀਆਂ ਸੀ, ਫਿਰ ਉਹ ਇਸ ਦਾ ਵਿਰੋਧ ਕਰਦੇ, ਅਤੇ ਵੱਡੇ ਵਪਾਰੀ ਜਦੋਂ ਕਿਸਾਨ ਕੋਲ ਉਹਨਾਂ ਦੀ ਫਸਲ ਖਰੀਦਣ ਆਉਂਦੇ ਤਾਂ ਉਹ ਫਸਲ ਦਾ ਮੁੱਲ ਵਧਾਉਣ ਨੂੰ ਕਹਿੰਦੇ। ਬਿਜ਼ਨਸਮੈਨ, ਜਿਹਨੂੰ ਆਪਾਂ ਵਪਾਰੀ ਕਹਿੰਦੇ ਆ, ਉਹ ਕਿਸਾਨਾਂ ਨੂੰ ਸਿਰਫ ਦੋ ਆਪਸ਼ਨਾਂ ਦਿੰਦੇ ਸੀ ਕਿ ਜੇ ਵੇਚਣੀ ਆ ਤਾਂ ਥੋਕ ਦੇ ਵਿੱਚ ਵੇਚੋ, ਨਹੀਂ ਤਾਂ ਤੁਸੀਂ ਆਪਣੀ ਫਸਲ ਆਪਣੇ ਘਰ ਰੱਖੋ, ਸਾਡੇ ਕੋਲ ਗੋਦਾਮ ਭਰੇ ਪਏ ਨੇ। ਹੁਣ ਆਮ ਕਿਸਾਨ ਕੋਲ ਸਟੋਰੇਜ ਕਰਨ ਲਈ ਕੋਈ ਜਗ੍ਹਾ ਨਹੀਂ ਸੀ ਹੁੰਦੀ। ਉਸ ਕੋਲ ਤਾਂ ਸੌਣ ਜੋਗੇ ਮਸਾਂ 2 ਕਮਰੇ ਹੁੰਦੇ ਸੀ, ਤੇ ਬਾਕੀ ਪਹਿਲਾਂ ਹੀ ਆੜ੍ਹਤੀਆਂ ਤੋਂ ਕਰਜ਼ਾ ਚੱਕ ਕੇ, ਕੋਲੋਂ ਤੇਲ ਫੂਕ ਕੇ ਫਸਲ ਬੀਜੀ ਹੁੰਦੀ ਸੀ, ਅਤੇ ਉਸ ਨੂੰ ਵੇਚ ਕੇ ਹੀ ਘਰ ਚਲਾਉਣਾ ਹੁੰਦਾ ਸੀ, ਤੇ ਸ਼ਾਹੂਕਾਰਾਂ ਦਾ ਕਰਜ਼ ਵੀ ਉਹਦੇ ਨਾਲ ਹੀ ਲਾਉਣਾ ਹੁੰਦਾ ਸੀ। ਸੋ ਕਿਸਾਨਾਂ ਕੋਲ ਕੋਈ ਰਾਹ ਨਹੀਂ ਸੀ ਹੁੰਦਾ, ਤੇ ਉਹਨਾਂ ਨੂੰ ਮਜਬੂਰਨ ਵੱਡੀਆਂ ਕੰਪਨੀਆਂ ਨੂੰ, ਵੱਡੇ ਵਪਾਰੀਆਂ ਨੂੰ ਆਪਣੀ ਫਸਲ ਸਸਤੇ ਭਾਅ ਤੇ ਵੇਚਣੀ ਪੈਂਦੀ ਸੀ। ਤੁਸੀਂ ਇਹ ਸਮਝੋ ਕਿ ਕੌਡੀਆਂ ਦੇ ਭਾਅ ਹੀ ਵੇਚਣੀ ਪੈਂਦੀ ਸੀ। 1955 ਵਿੱਚ ਜਦੋਂ ਲੋਕਾਂ ਨੇ ਕਿਸਾਨਾਂ ਨਾਲ ਰਲ ਕੇ ਇਸ ਦਾ ਵਿਰੋਧ ਕੀਤਾ, ਬਹੁਤ ਜ਼ਿਆਦਾ ਧਰਨੇ ਲਾਏ, ਤੇ ਉਸ ਸਮੇਂ ਦੀ ਸਰਕਾਰ ਨੇ ਫਿਰ ਇਹ ਕਾਨੂੰਨ ਲਿਆਂਦਾ ਜਿਸ ਦਾ ਨਾਮ ਸੀ ਦਾ ਅਸੈਂਸ਼ੀਅਲ ਕਮੋਡਿਟੀਜ਼ ਐਕਟ, ਜਿਸ ਵਿੱਚ ਉਹਨਾਂ ਨੇ ਵਪਾਰੀਆਂ ਨੂੰ ਸਟੋਰੇਜ ਕਰਨ ਤੋਂ ਰੋਕਿਆ ਕਿ ਅਗਰ ਤੁਸੀਂ ਸਟੋਰੇਜ ਕੀਤੀ, ਤੁਹਾਡਾ ਲਾਇਸੈਂਸ ਰੱਦ ਕੀਤਾ ਜਾਵੇਗਾ। ਅਤੇ ਨਾਲ ਦੀ ਨਾਲ ਦੂਸਰਾ ਕੰਮ ਇਹ ਕੀਤਾ ਕਿ ਪਿਆਜ਼, ਆਲੂ, ਤੇਲ ਤੇ ਹੋਰ ਖਾਣਯੋਗ ਵਸਤੂਆਂ ਜੋ ਕਿ ਸਾਨੂੰ ਹਰ ਰੋਜ਼ ਦੀ ਜ਼ਿੰਦਗੀ ਵਿੱਚ ਚਾਹੀਦੀਆਂ ਹੁੰਦੀਆਂ ਹਨ, ਉਹਨਾਂ ਨੂੰ ਅਸੈਂਸ਼ੀਅਲ ਕਮੋਡਿਟੀਜ਼ ਵਿੱਚ ਪਾ ਦਿੱਤਾ। ਮਤਲਬ ਕਿ ਵਪਾਰੀ ਨਾ ਤਾਂ ਇਹਨਾਂ ਵਸਤੂਆਂ ਨੂੰ ਸਟੋਰ ਕਰ ਸਕਦੇ ਨੇ, ਤੇ ਨਾ ਹੀ ਇਹਨਾਂ ਦਾ ਮੁੱਲ ਵਧਾ ਕੇ ਮਾਰਕੀਟ ਵਿੱਚ ਵੇਚ ਸਕਦੇ ਨੇ। ਇਹ ਬਿੱਲ ਪਾਸ ਹੋਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ, ਤੇ ਵੱਡੇ ਵਪਾਰੀਆਂ ਨੇ ਜਿਹੜਾ ਕਿਸਾਨਾਂ ਨਾਲ ਧੱਕਾ ਹੁੰਦਾ ਸੀ, ਉਹ ਕਰਨਾ ਬੰਦ ਕਰ ਦਿੱਤਾ। ਹੁਣ ਮੋਦੀ ਸਰਕਾਰ ਨੇ ਇਸ ਬਿੱਲ ਵਿੱਚ ਸੋਧ ਕਰ ਦਿੱਤੀ, ਭਾਵ ਅਮੈਂਡਮੈਂਟ ਪਾਤਾ। ਹੁਣ ਇਸ ਦਾ ਨਾਮ ਦਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਤੋਂ ਬਦਲ ਕੇ ਦਾ ਅਸੈਂਸ਼ੀਅਲ ਕਮੋਡਿਟੀਜ਼ ਫਿਰ ਅਮੈਂਡਮੈਂਟ ਸੋਧ ਐਕਟ ਬਣਾਤਾ। ਮਤਲਬ ਕਿ ਜੋ 1955 ਤੋਂ ਪਹਿਲਾਂ ਚੱਲਦਾ ਸੀ, ਆਉਣ ਵਾਲੇ ਸਮੇਂ 'ਚ ਉਹ ਹੀ ਚੱਲੇਗਾ। ਹੁਣ ਇਸ ਐਕਟ ਦੇ ਅਧੀਨ ਵਪਾਰੀਆਂ ਤੇ ਸਟੋਰੇਜ ਕਰਨ ਤੇ ਜਾਂ ਭੰਡਾਰਾ ਲਾਉਣ ਤੇ ਉਹਨਾਂ ਦਾ ਲਾਇਸੈਂਸ ਕੈਂਸਲ ਨਹੀਂ ਹੋਵੇਗਾ। ਉਹ ਕਿਸਾਨਾਂ ਤੋਂ ਸਸਤਾ ਅਨਾਜ ਖਰੀਦ ਕੇ ਮਹਿੰਗਾ ਵੇਚ ਸਕਦੇ ਹਨ। ਇਸ ਐਕਟ ਦੇ ਅਧੀਨ ਤੇਲ, ਆਲੂ, ਪਿਆਜ਼, ਦਾਲਾਂ, ਸਬਜ਼ੀਆਂ ਨੂੰ ਅਸੈਂਸ਼ੀਅਲ ਕਮੋਡਿਟੀਜ਼ ਤੋਂ ਭਾਵ ਜ਼ਰੂਰੀ ਵਸਤਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੋ ਇਹਨਾਂ ਵਸਤੂਆਂ ਦੇ ਰੇਟ ਵਧਾਏ ਜਾ ਸਕਦੇ ਹਨ। ਲੰਬੇ ਟਾਈਮ ਤੱਕ ਜੋ ਵਸਤੂ ਖਰਾਬ ਨਾ ਹੋਵੇ, ਉਹਨਾਂ ਦੇ ਰੇਟ, ਜਿਵੇਂ ਕਿ ਤੁਸੀਂ ਤੇਲ ਲਾ ਲਓ, ਦਾਲਾਂ ਲਾ ਲਓ, ਉਹਨਾਂ ਦੇ ਰੇਟ ਨੇ ਜਿਹੜੇ ਉਹ 50% ਤੱਕ ਵਧਾਏ ਜਾ ਸਕਦੇ ਹਨ। ਮਤਲਬ ਕਿ 100 ਰੁਪਏ ਕਿਲੋ ਵਾਲੀ ਦਾਲ ਜਾਂ ਤੇਲ ਨੂੰ 150 ਰੁਪਏ ਤੱਕ ਵੇਚਿਆ ਜਾ ਸਕਦਾ ਹੈ। ਅਤੇ ਜੋ ਵਸਤੂਆਂ ਜਲਦੀ ਖਰਾਬ ਹੋ ਜਾਂਦੀਆਂ ਨੇ, ਜਿਵੇਂ ਕਿ ਸਬਜ਼ੀਆਂ ਲਾ ਲਓ, ਉਹਨਾਂ ਨੂੰ, ਸਬਜ਼ੀਆਂ ਨੂੰ ਤੁਸੀਂ 100% ਦੇ ਪ੍ਰੋਫਿਟ ਤੇ ਵੇਚ ਸਕਦੇ ਹੋ। ਸੋ ਵਪਾਰੀ ਤੁਹਾਡੇ ਕੋਲੋਂ ਸਬਜ਼ੀ ਲੈ ਕੇ ਉਹਨਾਂ ਨੂੰ ਪੂਰੇ ਡਬਲ ਰੇਟ ਤੇ ਵੇਚ ਸਕਦੇ ਹਨ। ਐਗਜ਼ਾਮਪਲ ਦੇ ਤੌਰ ਤੇ 100 ਰੁਪਏ ਕਿਲੋ ਵਾਲੀ ਸਬਜ਼ੀ ਨੂੰ ਤੁਸੀਂ 200 ਰੁਪਏ ਕਿਲੋ ਤੱਕ ਵੇਚ ਸਕਦੇ ਹੋ। ਸਿਰਫ ਦੋ ਕੰਡੀਸ਼ਨਸ ਦੇ ਵਿੱਚ ਤੇਲ, ਦਾਲਾਂ, ਸਬਜ਼ੀਆਂ ਨੂੰ ਦੁਬਾਰਾ ਅਸੈਂਸ਼ੀਅਲ ਕਮੋਡਿਟੀਜ਼ ਵਿੱਚ ਲਿਆਂਦਾ ਜਾ ਸਕਦਾ ਹੈ, ਜੇ ਮੁਲਕ ਵਿੱਚ ਯੁੱਧ ਲੱਗ ਜਾਵੇ ਜਾਂ ਫਿਰ ਕਾਲ ਪੈ ਜਾਵੇ। ਨਹੀਂ ਤਾਂ ਹੁਣ ਇਸ ਐਕਟ ਦੇ ਅਧੀਨ ਵੱਡੇ ਵਪਾਰੀ ਪਹਿਲਾਂ ਸਟੋਰੇਜ ਕਰਨਗੇ, ਫਿਰ ਕਿਸਾਨਾਂ ਨੂੰ ਬਲੈਕਮੇਲ ਕਰਨਗੇ, ਉਹਨਾਂ ਤੋਂ ਅਨਾਜ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਸਸਤੇ ਰੇਟਾਂ ਤੇ ਖਰੀਦਣਗੇ, ਤੇ ਬਾਅਦ ਵਿੱਚ ਝੂਠੀ ਡਿਮਾਂਡ ਕ੍ਰੀਏਟ ਕਰਕੇ ਲੋਕਾਂ ਨੂੰ ਮਹਿੰਗੇ ਰੇਟਾਂ ਤੇ ਵੇਚਣਗੇ। ਕੰਟਰੈਕਟ ਫਾਰਮਿੰਗ ਤਾਂ ਕਰਨੀ ਹੈ ਕਿ ਕਿਸਾਨ ਦੇ ਹੱਥ ਬੰਨੇ ਜਾਣ, ਮਹਿੰਗਾ ਰੇਟ ਦੇਖ ਕੇ ਕਿਸਾਨ ਰੌਲਾ ਨਾ ਪਾ ਸਕੇ, ਵਿਰੋਧ ਨਾ ਕਰ ਸਕੇ। ਜਦੋਂ ਵਪਾਰੀ ਨੇ ਕਿਸਾਨ ਦੇ ਨਾਲ ਫਸਲ ਬੀਜਣ ਤੋਂ ਪਹਿਲਾਂ ਮੁੱਲ ਤੈਅ ਕਰ ਲਿਆ, ਬਾਅਦ ਵਿੱਚ ਵਪਾਰੀ ਜਿੰਨਾ ਮਰਜ਼ੀ ਪ੍ਰੋਫਿਟ ਕਮਾਵੇ, ਜਿਸ ਮਰਜ਼ੀ ਰੇਟ ਤੇ ਉਸ ਫਸਲ ਨੂੰ ਵੇਚੇ, ਕਿਸਾਨ ਵਿਰੋਧ ਨਹੀਂ ਕਰ ਸਕਦਾ, ਕਿਉਂਕਿ ਕੰਟਰੈਕਟ ਹੋ ਚੁੱਕਿਆ। ਅਤੇ ਨਾ ਹੀ ਕਿਸਾਨ ਆਪਣੀ ਫਸਲ ਕਿਸੇ ਹੋਰ ਕੋਲ ਵੇਚ ਸਕਦਾ ਹੈ, ਕਿਉਂਕਿ ਜੇ ਹੋਰ ਕੋਲ ਫਸਲ ਵੇਚੂਗਾ ਤਾਂ ਕੰਟਰੈਕਟ ਦੀ ਪਾਵਰ ਨਾਲ ਵਪਾਰੀ ਉਸ ਨੂੰ ਸੂ ਕਰ ਸਕਦਾ ਹੈ, ਕਹਿਣ ਤੋਂ ਭਾਵ ਉਸ ਉੱਤੇ ਮੁਕੱਦਮਾ ਕਰ ਸਕਦਾ ਹੈ। ਸੋ ਦੋਸਤੋ, ਇਹ ਸੀਗਾ ਦੂਸਰਾ ਐਕਟ। ਹੁਣ ਆਪਾਂ ਤੀਸਰੇ ਐਕਟ ਦੀ ਗੱਲ ਕਰਦੇ ਹਾਂ। ਤੀਸਰਾ ਕਾਨੂੰਨ ਦਾ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ। ਆਓ ਗੱਲ ਕਰੀਏ ਇਹ ਕਾਨੂੰਨ ਕਿਉਂ ਲਿਆਂਦਾ ਗਿਆ। ਇਹ ਕਾਨੂੰਨ ਦੇ ਅੰਦਰ ਸਰਕਾਰ ਨੇ ਫਸਲਾਂ ਦਾ ਮਿਨੀਮਮ ਸੇਲਸ ਪ੍ਰਾਈਸ MSP ਭਾਵ ਘੱਟੋ ਘੱਟ ਵਿਕਰੀ ਮੁੱਲ ਦੇਣਾ ਬੰਦ ਕਰ ਦਿੱਤਾ ਹੈ, ਤੇ ਕਿਸਾਨਾਂ ਨੂੰ ਫ੍ਰੀ ਛੱਡਤਾ
ਕਿ ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਵੇਚੋ, ਇੰਡੀਆ ਦੇ ਕਿਸੇ ਵੀ ਹਿੱਸੇ ਵਿੱਚ ਵੇਚੋ, ਪ੍ਰਾਈਵੇਟ ਕੰਪਨੀਆਂ ਨਾਲ ਸਿੱਧਾ ਕੰਟਰੈਕਟ ਕਰੋ। ਹੁਣ ਅਗਰ ਤੁਹਾਡੀ ਫਸਲ ਦੀ ਡਿਮਾਂਡ ਨਹੀਂ ਹੈ ਤੇ ਤੁਸੀਂ ਭਾਵੇਂ ਉਸ ਨੂੰ ਘਰ ਰੱਖੋ, ਭਾਵੇਂ ਸੜਕ ਤੇ ਸੁੱਟ ਦਿਓ, ਸਰਕਾਰ ਇਸ ਨੂੰ MSP ਮੁੱਲ ਤੇ ਨਹੀਂ ਖਰੀਦੇਗੀ। ਕਹਿਣ ਤੋਂ ਭਾਵ ਇਸ ਨੂੰ ਹੁਣ ਘੱਟੋ ਘੱਟ ਵਿਕਰੀ ਮੁੱਲ ਉੱਤੇ ਨਹੀਂ ਖਰੀਦੇਗੀ। ਇਸ ਐਕਟ ਦੇ ਅੰਦਰ ਸਰਕਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਆਪਣੀ ਜਿਹੜੀ ਫਸਲ ਆ ਉਹਨੂੰ ਆਨਲਾਈਨ ਵੇਚੋ, ਇੰਟਰਨੈਟ ਮਾਰਕੀਟਿੰਗ ਰਾਹੀਂ ਵੇਚੋ, ਕੰਪਿਊਟਰ ਦੇ ਰਾਹੀਂ ਵੇਚੋ। ਸੋ ਉਹਨਾਂ ਦਾ ਕਹਿਣਾ ਕਿ ਹੁਣ ਅਸੀਂ ਤੁਹਾਨੂੰ MSP ਨਹੀਂ ਦੇਣੀ, ਘੱਟੋ ਘੱਟ ਸਮਰਥਨ ਮੁੱਲ ਨਹੀਂ ਦੇਣਾ, ਤੇ ਤੁਸੀਂ ਜਿੱਥੇ ਤੁਹਾਡੀ ਫਸਲ ਤੁਸੀਂ ਮਹਿੰਗੀ ਵੇਚ ਸਕਦੇ ਹੋ ਵੇਚੋ। ਸੋ ਇੱਕ ਤਰ੍ਹਾਂ ਦਾ ਇਹ ਲੋਲੀਪੌਪ ਦਿੱਤਾ ਗਿਆ। ਸੋ ਸਿੱਧੀ ਗੱਲ ਕਹੀਏ ਤਾਂ ਇਹਨਾਂ ਤਿੰਨਾਂ ਕਾਨੂੰਨਾਂ ਦਾ ਸਹਾਰਾ ਲੈ ਕੇ ਸਰਕਾਰ, ਗੌਰਮੈਂਟ ਕਿਸਾਨਾਂ ਨੂੰ, ਕਿਰਤੀਆਂ ਨੂੰ ਖਤਮ ਕਰ ਦੇਣਾ ਚਾਹੁੰਦੀ ਆ ਅਤੇ ਉਹ ਵੱਡੀਆਂ ਕਾਰਪੋਰੇਸ਼ਨਾਂ ਨੂੰ, ਪ੍ਰਾਈਵੇਟ ਕਾਰਪੋਰੇਸ਼ਨਾਂ ਨੂੰ ਖੁਸ਼ ਕਰਨਾ ਚਾਹੁੰਦੀ ਆ। ਸੋ ਦੋਸਤੋ, ਇਹ ਮੇਰੇ ਆਪਣੇ ਵਿਚਾਰ ਨੇ। ਇਹ ਪ੍ਰੈਜੈਂਟੇਸ਼ਨ ਤੁਹਾਨੂੰ ਕਿਵੇਂ ਲੱਗੀ ਤੁਸੀਂ ਜਰੂਰ ਦੱਸਿਓ, ਅੱਗੇ ਸ਼ੇਅਰ ਵੀ ਜਰੂਰ ਕਰਿਓ। ਬਾਕੀ ਇੱਕ ਡਿਸਕਲੇਮਰ ਜਿਹੜਾ ਮੈਂ ਐਡ ਕਰਨਾ ਚਾਹੁੰਦਾ, ਇਸ ਨੂੰ ਸਿਰਫ ਜਾਣਕਾਰੀ ਦੇ ਪਰਪਸ ਲਈ ਹੀ ਵਰਤਿਆ ਜਾਵੇ ਅਤੇ ਇਸ ਦਾ ਲੀਗਲੀ ਸਹੀ ਹੋਣਾ ਜਾਂ ਨਾ ਸਹੀ ਹੋਣਾ ਇਸ ਦੀ ਮੈਂ ਪੁਸ਼ਟੀ ਨਹੀਂ ਕਰ ਸਕਦਾ। ਇਹ ਮੇਰੇ ਆਪਣੇ ਵਿਚਾਰ ਹਨ। ਸੋ ਦੋਸਤੋ, ਹੁਣ ਗੁਰਵੀਰ ਸਿੰਘ ਗਰੇਵਾਲ ਨੂੰ ਇੱਥੇ ਹੀ ਇਜਾਜ਼ਤ ਦਿਓ।